तो सब दे नाल इक्वैलिटी करन दे लई तुहानूं यूनीवर्सल अडल्ट फ्रेंचाइज दा जिहड़ा राइट है ਉਹ ਸਭ ਨੂੰ ਦੇਣਾ ਪੈਣਾ ਠੀਕ ਚੈਪਟਰ ਨੰਬਰ ਲਾਸਟ ਹੈ ਸਾਡਾ ਇਹ ਕਹਿੰਦੇ ਕਿ ਡੈਮੋਕ੍ਰੇਸੀ ਸੋਸਾਇਟੀ ਦੇ ਵਿੱਚ ਤੁਹਾਨੂੰ ਸਭ ਨੂੰ ਰਾਈਟ ਟੂ ਵੋਟ ਦਾ ਰਾਈਟ ਦੇਣਾ ਪੈਣਾ ਹੈ ਬਿਕੋਜ਼ ਇਸ ਤੋਂ ਬਿਨਾਂ ਤੁਹਾਡੀ ਸੋਸਾਇਟੀ ਨਹੀਂ ਚੱਲੇਗੀ ਤੇ ਅਗਰ ਤੁਸੀਂ ਰਾਜ ਯਾਨੀ ਕਿ ਸਟੇਟ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਪੋਲੀਟੀਕਲ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਨਾ ਹੀ ਪੈਣਾ ਠੀਕ ਰਾਈਟ ਯੂਜ਼ ਆਫ ਸੋਵਰੈਨਿਟੀ ਪਾਵਰ ਕਹਿੰਦੇ ਕਿ ਸਰਵਉੱਚ ਸ਼ਕਤੀ ਦੀ ਠੀਕ ਵਰਤੋਂ ਕਹਿੰਦੇ ਜੇ ਤੁਸੀਂ ਆਪਣੀ ਵੋਟ ਨੂੰ ਯੂਜ਼ ਕਰਦੇ ਹੋ ਨਾ ਇਹਦਾ ਮਤਲਬ ਹੈਗਾ ਕਿ ਤੁਸੀਂ ਆਪਣੀ ਪਾਵਰ ਨੂੰ ਸਹੀ ਤਰੀਕੇ ਦੇ ਨਾਲ ਯੂਜ਼ ਕਰ ਰਹੇ ਹੋ ਕਲੀਅਰ ਕਹਿੰਦੇ ਇਹਦੇ ਨਾਲ ਕੀ ਹੋਏਗਾ ਤੁਹਾਡੀ ਗਵਰਨਮੈਂਟ ਰਿਸਪੌਂਸਿਬਲ ਗਵਰਨਮੈਂਟ ਬਣ ਜਾਏਗੀ ਕਿਉਂਕਿ ਤੁਹਾਡੀ ਗਵਰਨਮੈਂਟ ਨੂੰ ਇਹ ਚੀਜ਼ ਪਤਾ ਹੋਏਗੀ ਅਗਰ ਮੈਨੂੰ ਇਲੈਕਸ਼ਨ ਦੇ ਵਿੱਚ ਵੋਟਾਂ ਚਾਹੀਦੀਆਂ ਨੇ ਇਹਦਾ ਮਤਲਬ ਹੈ ਮੈਨੂੰ ਆਪਣੇ ਪਹਿਲੇ ਕੀਤੇ ਗਏ ਪ੍ਰੋਮਿਸਿਸ ਨੂੰ ਪੂਰਾ ਕਰਨਾ ਪਏਗਾ ਅਗਰ ਮੇਰੇ ਪਹਿਲੇ ਕੀਤੇ ਗਏ ਪ੍ਰੋਮਿਸਿਸ ਪੂਰੇ ਨਹੀਂ ਹੋਣਗੇ ਇਹਦਾ ਮਤਲਬ ਹੈ ਕਿ ਮੈਨੂੰ ਜਿਹੜਾ ਹੈਗਾ ਇਲੈਕਸ਼ਨਸ ਦੇ ਵਿੱਚ ਪਾਰਟਿਸਿਪੇਟ ਨੈਕਸਟ ਟਾਈਮ ਤੋਂ ਨਹੀਂ ਕਰਨ ਦਿੱਤਾ ਜਾਏਗਾ ਸੋ ਸਾਨੂੰ ਇਲੈਕਸ਼ਨ ਦੇ ਵਿੱਚ ਨੈਕਸਟ ਟਾਈਮ ਤੋਂ ਪਾਰਟਿਸਿਪੇਟ ਕਰਨ ਦੇ ਲਈ ਕੀਤੇ ਗਏ ਪ੍ਰੋਮਿਸਿਸ ਨੂੰ ਪੂਰਾ ਕਰਨਾ ਪਏਗਾ ਇਟ ਇਜ਼ ਬੇਸਡ ਔਨ ਦ ਪ੍ਰਿੰਸੀਪਲ ਆਫ ਇਕੁਐਲਿਟੀ ਕਹਿੰਦੇ ਸਮਾਨਤਾ ਦੇ ਸਿਧਾਂਤ ਤੇ ਆਧਾਰਿਤ ਹੈ ਕਹਿੰਦੇ ਕਿ ਜਿਹੜਾ ਯੂਨੀਵਰਸਲ ਅਡਲਟ ਫਰੈਂਚਾਈਜ਼ ਦਾ ਇਹਦੇ ਅਕੋਰਡਿੰਗ ਸਭ ਨੂੰ ਇਕੁਅਲ ਰੱਖਿਆ ਜਾਂਦਾ ਵਾ ਹਰੇਕ ਨੂੰ ਪੋਲੀਟੀਕਲ ਇਕਨੋਮਿਕਸ ਤੇ ਸੋਸ਼ਲ ਬੇਸ ਤੇ ਸਭ ਨੂੰ ਇਕੁਅਲ ਰੱਖਿਆ ਜਾਂਦਾ ਕਿਸੇ ਨਾ ਕਾਸਟ ਕਲਰ ਜੈਂਡਰ ਦੇ ਬੇਸ ਤੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾਂਦਾ ਸਿਟੀਜ਼ਨ ਗੈਟ ਪੋਲੀਟੀਕਲ ਐਜੂਕੇਸ਼ਨ ਕਹਿੰਦੇ ਇਹਦੇ ਨਾਲ ਪੋਲੀਟੀਕਲ ਐਜੂਕੇਸ਼ਨ ਮਿਲਦੀ ਰਹਿੰਦੀ ਆ ਕਿਉਂਕਿ ਤੁਸੀਂ ਦੇਖਦੇ ਹੋ ਨਾ ਇਲੈਕਸ਼ਨ ਦੇ ਟਾਈਮ ਪੀਰੀਅਡ ਦੇ ਵਿੱਚ ਜਿਹੜੇ ਸਾਡੇ ਨੇਤਾ ਲੋਕ ਹੁੰਦੇ ਨੇ ਇਹ ਕੀ ਕਰਦੇ ਨੇ ਪੈਂਪਲੇਟ ਵਗੈਰਾ ਛਾਪਦੇ ਨੇ ਨਿਊਜ਼ਪੇਪਰ ਮੈਗਜ਼ੀਨਸ ਦੇ ਵਿੱਚ ਆਪਣੇ ਜਿਹੜੇ ਹੈਗੇ ਪ੍ਰੋਗਰਾਮਸ ਦਿੰਦੇ ਨੇ ਇਹਦੇ ਨਾਲ ਕੀ ਹੁੰਦਾ ਹੈ ਇਹਦੇ ਨਾਲ ਇਹ ਹੁੰਦਾ ਹੈ ਕਿ ਇਹ ਸਾਡੀ ਜਿਹੜੀ ਐਜੂਕੇਸ਼ਨ ਆ ਪੋਲੀਟੀਕਲ ਦੇ ਪ੍ਰਤੀ ਉਹਨੂੰ ਵਧਾਉਂਦੇ ਨੇ ਕਿਉਂਕਿ ਸਾਨੂੰ ਤਾਂ ਹੀ ਪਤਾ ਲੱਗਦਾ ਹੈ ਕਿ ਕਿਹੜੀ ਪੋਲੀਟੀਕਲ ਪਾਰਟੀ ਹੈ ਉਹਨੇ ਕਿਹੜੇ ਕੰਮ ਕਰਨੇ ਨੇ ਕਲੀਅਰ ਲਾ ਆਰ ਬੈਟਰ ਓਬੀਟ ਕਹਿੰਦੇ ਕਾਨੂੰਨ ਦੀ ਠੀਕ ਪਾਲਣਾ ਕਹਿੰਦੇ ਯੂਨੀਵਰਸਲ ਅਡਲਟ ਫਰੈਂਚਾਈਜ਼ ਦੇ ਅਕੋਰਡਿੰਗ ਅਸੀਂ ਆਪਣੇ ਜਿਹੜੇ ਲਾ ਵਾ ਉਹਨਾਂ ਦੀ ਠੀਕ ਪਾਲਣਾ ਕਰ ਸਕਦੇ ਹਾਂ ਮਤਲਬ ਅਗਰ ਅਸੀਂ ਕਿਸੇ ਲਾ ਜਿਹੜਾ ਹੈਗਾ ਵਾ ਉਸਨੂੰ ਪੈਦਾ ਕਰਨਾ ਵਾ ਮਤਲਬ ਉਸਨੂੰ ਬਣਾਉਣਾ ਹੈਗਾ ਵਾ ਠੀਕ ਹੈ ਤੋ ਜਿਹੜੇ ਲੋਕਾਂ ਨੂੰ ਤਾਂ ਸਿਲੈਕਟ ਕੀਤਾ ਗਿਆ ਵਾ ਆਮ ਲੋਕਾਂ ਨੇ ਅਗਰ ਉਹ ਲਾ ਕੋਈ ਬਣਾਉਂਦੇ ਆ ਤਾਂ ਲੋਕ ਈਜ਼ੀਲੀ ਉਸ ਲਾ ਨੂੰ ਐਕਸੈਪਟ ਕਰ ਲੈਂਦੇ ਆ ਠੀਕ ਹੈ ਫਿਰ ਇਹਦੇ ਨਾਲ ਕੀ ਹੁੰਦਾ ਹੈ ਕਹਿੰਦੇ ਕਿ ਇੱਕ ਚੰਗੇ ਕਾਨੂੰਨ ਬਣਨ ਦੀ ਸੰਭਾਵਨਾ ਹੋ ਜਾਂਦੀ ਹੈ ਮਤਲਬ ਕੋਈ ਕਾਨੂੰਨ ਜਿਹੜਾ ਹੈਗਾ ਉਹ ਚੰਗਾ ਬਣ ਜਾਏਗਾ ਕਹਿੰਦੇ ਇਸ ਦੇ ਨਾਲ ਕਹਿੰਦੇ ਜ਼ਿਆਦਾ ਸ਼ਕਤੀ ਦਾ ਫਿਰ ਪ੍ਰਯੋਗ ਨਹੀਂ ਕਰਨਾ ਪੈਂਦਾ ਮਤਲਬ ਜ਼ਿਆਦਾ ਸ਼ਕਤੀ ਨੂੰ ਯੂਜ਼ ਨਹੀਂ ਕਰਨਾ ਪੈਂਦਾ ਜਦੋਂ ਲੋਕ ਖੁਦ ਆਪਣੇ ਕੈਂਡੀਡੇਟ ਸਿਲੈਕਟ ਕਰਦੇ ਆ ਨਾ ਤੇ ਉਹ ਕੈਂਡੀਡੇਟ ਜਦੋਂ ਲਾ ਬਣਾਉਂਦੇ ਆ ਤੇ ਲੋਕ ਕੋਈ ਆਰਗੂਮੈਂਟ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਨਹੀਂ ਇਹਨਾਂ ਨੂੰ ਅਸੀਂ ਹੀ ਸਿਲੈਕਟ ਕੀਤਾ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਆਂਦਾ ਹੈਗਾ ਵਾ ਕਹਿੰਦੇ ਕਿ ਐਵਰੀਬਡੀ ਪੇ ਟੈਕਸ ਸਾਰੇ ਜਿਹੜੇ ਟੈਕਸਿਸ ਵਗੈਰਾ ਹੈਗੇ ਨੇ ਉਹ ਪੇ ਕਰਦੇ ਨੇ ਠੀਕ ਹੈ ਕਹਿੰਦੇ ਕਿ ਚਾਹੇ ਕੋਈ ਵਿਅਕਤੀ ਅਮੀਰ ਹੈ ਗਰੀਬ ਹੈ ਛੋਟਾ ਹੈ ਵੱਡਾ ਹੈ ਟੈਕਸ ਸਾਰੇ ਪੇ ਕਰਦੇ ਨੇ ਸੋ ਕਹਿੰਦੇ ਕਿ ਜਦੋਂ ਬਜਟ ਵਗੈਰਾ ਤਿਆਰ ਕੀਤਾ ਜਾਂਦਾ ਵਾ ਕਹਿੰਦੇ ਉਦੋਂ ਵੀ ਫਿਰ ਸਾਰੇ ਲੋਕਾਂ ਨੂੰ ਇਹਦੇ ਵਿੱਚ ਪਾਰਟਿਸਿਪੇਟ ਕਰਨ ਦਿੱਤਾ ਜਾਣਾ ਚਾਹੀਦਾ ਵਾ ਬ੍ਰਿੰਗ ਸੈਲਫ ਰਿਸਪੈਕਟ ਅਮੰਗ ਦਾ ਸਿਟੀਜ਼ਨ ਕਹਿੰਦੇ ਸਿਟੀਜ਼ਨਸ ਦੇ ਵਿੱਚ ਨਾ ਇੱਕ ਸੈਲਫ ਰਿਸਪੈਕਟ ਵਾਲੀ ਫੀਲਿੰਗ ਆ ਜਾਂਦੀ ਹੈ ਕਿ ਹਾਂ ਕਿ ਇਲੈਕਸ਼ਨ ਦੇ ਟਾਈਮ ਪੀਰੀਅਡ ਵਿੱਚ ਲੋਕ ਮੇਰੇ ਘਰ ਆਉਂਦੇ ਨੇ ਠੀਕ ਹੈ ਉਹ ਮੇਰੇ ਕੋਲ ਇੱਕ ਰਿਸਪੈਕਟਫੁਲੀ ਵੇ ਦੇ ਨਾਲ ਜਿਹੜੀਆਂ ਹੈਗੀਆਂ ਵੋਟਾਂ ਮੰਗਦੇ ਨੇ ਸੋ ਲੋਕਾਂ ਦੇ ਵਿੱਚ ਇੱਕ ਸੈਲਫ ਰਿਸਪੈਕਟ ਦੀ ਫੀਲਿੰਗ ਆ ਜਾਂਦੀ ਹੈ ਲੈਸ ਪੋਸੀਬਿਲਿਟੀ ਆਫ ਰੈਵੋਲਿਊਸ਼ਨ ਕਹਿੰਦੇ ਕ੍ਰਾਂਤੀ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਆ ਕਿਉਂਕਿ ਤੁਸੀਂ ਦੇਖੋ ਜਿਹੜੇ ਲੋਕ ਅਸੀਂ ਸਿਲੈਕਟ ਕੀਤੇ ਆ ਉਹੀ ਤਾਂ ਸਾਡੇ ਤੇ ਰੂਲ ਚਲਾ ਰਹੇ ਆ ਨਾ ਫਿਰ ਰੈਵੋਲਿਊਸ਼ਨ ਕਰਨ ਦਾ ਤਾਂ ਮਤਲਬ ਹੀ ਨਹੀਂ ਬਣਦਾ ਰੈਵੋਲਿਊਸ਼ਨ ਉੱਥੇ ਹੁੰਦੀ ਹੈ ਜਿੱਥੇ ਕੋਈ ਡਿਕਟੇਟਰਸ਼ਿਪ ਪਰਸਨ ਹੋਵੇ ਅਸੀਂ ਰੂਲ ਨਹੀਂ ਚਾਹੁੰਦੇ ਪਰਸਨ ਬਣਾਉਣਾ ਫਿਰ ਵੀ ਬਣਾ ਦੇਵੇ ਸਾਡੇ ਤੇ ਉੱਥੇ ਹੁੰਦੀ ਰੈਵੋਲਿਊਸ਼ਨ ਪੀਸ ਐਂਡ ਆਰਡਰ ਇਨ ਦਾ ਸਟੇਟ ਕਹਿੰਦੇ ਰਾਜ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣਾ ਕਹਿੰਦੇ ਜਿੱਥੇ ਵੀ ਯੂਨੀਵਰਸਲ ਅਡਲਟ ਫਰੈਂਚਾਈਜ਼ ਹੈਗਾ ਵਾ ਕਹਿੰਦੇ ਉੱਥੇ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਸ਼ਾਂਤੀ ਬਣੀ ਰਹਿੰਦੀ ਆ ਠੀਕ ਹੈ ਕਿਉਂਕਿ ਸਿਸਟਮ ਲੋਕਾਂ ਦੇ ਅਕੋਰਡਿੰਗ ਚਲਾਇਆ ਜਾਂਦਾ ਵਾ
ਤੇ ਲੋਕ ਅਜਿਹੇ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਜਿਹੜੇ ਉਹਨਾਂ ਦੇ ਕਿਸੇ ਵੀ ਧਰਮ, ਜਾਤ, ਨਸਲ ਦੇ ਅਗੇਂਸਟ ਹੋਣ। ਠੀਕ ਹੈ, ਜਿਹਦੇ ਕਰਕੇ ਮਤਲਬ ਹਮੇਸ਼ਾ ਲਾ ਉਸ ਟਾਈਪ ਦੇ ਬਣਾਏ ਜਾਂਦੇ ਆ ਜਿਹਦੇ ਕਰਕੇ ਲੋਕਾਂ ਨੂੰ ਹਾਰਮ ਨਾ ਹੋਵੇ। ਲਾ ਇਫੈਕਟਲ ਇਕੁਅਲ ਟੂ ਆਲ, ਕਹਿੰਦੇ ਲਾ ਜਿਹੜੇ ਬਣਾਏ ਜਾਂਦੇ ਆ ਸਾਰਿਆਂ ਨੂੰ ਇਕੁਅਲੀ ਇਫੈਕਟ ਕਰਦੇ ਨੇ। ਮਤਲਬ ਕਹਿੰਦੇ ਕਿ ਚਾਹੇ ਮੈਨ ਹੈ, ਵਮਨ ਹੈ, ਸਾਰਿਆਂ ਦੇ ਲਈ ਲਾਅ ਇੱਕੋ ਜਿਹੇ ਨੇ। ਸੋ ਇੱਕੋ ਜਿਹਾ ਉਹਨਾਂ ਨੂੰ ਇਫੈਕਟ ਕਰਦੇ ਨੇ। ਸੋ ਇਸ ਲਈ ਅਗਰ ਲਾਅ ਬਣਾਇਆ ਜਾਣਾ ਚਾਹੀਦਾ ਹੈਗਾ ਵਾ ਤੇ ਉਹਦੇ ਵਿੱਚ ਸਭ ਨੂੰ ਪਾਰਟੀਸਪੇਸ਼ਨ ਦੇਣੀ ਚਾਹੀਦੀ ਆ। ਠੀਕ ਹੈ, ਤਾਂ ਜੋ ਹਰ ਨਾਗਰਿਕ ਆ ਜਿਹੜਾ, ਹਰ ਸਿਟੀਜ਼ਨ ਆ ਜਿਹੜਾ, ਉਹ ਉਹਦੀ ਐਕਟੀਵਿਟੀ ਵਿੱਚ ਪਾਰਟੀਸਪੇਟ ਕਰ ਸਕੇ। ਕਹਿੰਦੇ ਪ੍ਰੋਪਰ ਪ੍ਰੋਟੈਕਸ਼ਨ ਆਫ ਦਾ ਇੰਟਰਸਟ ਆਫ ਮਿਨੋਰਿਟੀ, ਘੱਟ ਗਿਣਤੀ ਦੇ ਹਿੱਤਾਂ ਦੀ ਠੀਕ ਰੱਖਿਆ। ਕਹਿੰਦੇ ਜਦੋਂ ਅਸੀਂ ਸਾਰਿਆਂ ਨੂੰ ਇਹ ਵੋਟ ਦਾ ਅਧਿਕਾਰ ਦੇ ਦੇਵਾਂਗੇ ਨਾ, ਇਹਦਾ ਮਤਲਬ ਹੈ ਕਿ ਜਿਹੜੇ ਲੋਕ ਘੱਟ ਗਿਣਤੀ ਆ, ਮਿਨੋਰਿਟੀ ਪਾਈ ਜਾਂਦੀ ਹੈ ਜਿਹੜੀ ਸਾਡੀ ਸੁਸਾਇਟੀ ਦੇ ਵਿੱਚ, ਕਹਿੰਦੇ ਉਹ ਵੀ ਪ੍ਰੋਟੈਕਟ ਹੋ ਜਾਏਗੀ, ਕਿਉਂਕਿ ਫਿਰ ਉਹਨਾਂ ਦੇ ਕੈਂਡੀਡੇਟ ਵੀ ਖੜੇ ਹੋ ਜਾਣਗੇ ਤੇ ਉਹਨਾਂ ਨੂੰ ਜਿਹੜੀਆਂ ਚੀਜ਼ਾਂ, ਜਿਹੜੀਆਂ ਫੈਸਿਲਿਟੀ ਦੀ ਜ਼ਰੂਰਤ ਹੋਏਗੀ ਉਹਨਾਂ ਦੇ ਕੈਂਡੀਡੇਟ ਦੇ ਦੁਆਰਾ ਉਹ ਪੂਰੀ ਹੋ ਜਾਊਗੀ। ਠੀਕ ਹੈ, ਸੋ ਇਸ ਦੇ ਨਾਲ ਕਹਿੰਦੇ ਕਿ ਪ੍ਰੋਟੈਕਸ਼ਨ ਹੋ ਜਾਂਦੀ ਹੈ ਮਿਨੋਰਿਟੀ ਕਾਸਟ ਦੀ ਵੀ। ਬੇਸਿਸ ਆਫ ਅਦਰ ਰਾਈਟਸ, ਬਾਕੀ ਅਧਿਕਾਰਾਂ ਦਾ ਆਧਾਰ। ਕਹਿੰਦੇ ਡੈਮੋਕ੍ਰੇਸੀ ਦੇ ਵਿੱਚ ਸਾਨੂੰ ਕਹਿੰਦੇ ਬਹੁਤ ਤਰ੍ਹਾਂ ਦੇ ਰਾਈਟਸ ਮਿਲੇ ਨੇ, ਇਕਨੋਮਿਕ, ਸੋਸ਼ਲ, ਪੋਲੀਟੀਕਲ, ਹੈ ਨਾ। ਕਹਿੰਦੇ ਪਰ ਜਿਹੜੇ ਸਾਡੇ ਹੈਗੇ ਆ ਨਾਗਰਿਕ ਹੈਗੇ ਨੇ, ਆਪਣੇ ਸਾਰੇ ਤਰ੍ਹਾਂ ਦੇ ਰਾਈਟ ਤਾਂ ਹੀ ਮੰਨ ਸਕਣਗੇ ਜੇ ਉਹਨਾਂ ਨੂੰ ਪੋਲੀਟੀਕਲ ਰਾਈਟ, ਮਤਲਬ ਪੋਲੀਟੀਕਲ ਰਾਈਟ ਮਿਲਿਆ ਹੋਇਆ ਵਾ। ਹੁਣ ਪੋਲੀਟੀਕਲ ਰਾਈਟ ਕਿਸ ਤਰ੍ਹਾਂ ਦਾ ਵਾ? ਇਹੀ ਰਾਈਟ ਟੂ ਵੋਟ। ਠੀਕ ਹੈ, ਸੋ ਕਹਿੰਦੇ ਕਿ ਸਾਰੇ ਤਰ੍ਹਾਂ ਦੇ ਅਧਿਕਾਰ ਮਿਲੇ ਹੋਏ ਆ ਤੁਹਾਨੂੰ, ਨੋ ਡਾਊਟ ਕਿ ਹਾਂ ਮਿਲੇ ਨੇ, ਲੇਕਿਨ ਤੁਹਾਨੂੰ ਉਹ ਰਾਈਟ, ਤੁਸੀਂ ਆਪਣੇ ਉਹ ਰਾਈਟ ਇੰਜੋਏ ਤਾਂ ਕਰ ਸਕਦੇ ਹੋ ਜੇਕਰ ਤੁਹਾਨੂੰ ਪੋਲੀਟੀਕਲ ਰਾਈਟ ਮਿਲਿਆ ਵਾ। ਜੇ ਤੁਹਾਨੂੰ ਇਹੀ ਰਾਈਟ ਨਹੀਂ ਨਾ ਮਿਲਿਆ, ਫਿਰ ਤਾਂ ਤੁਹਾਡੇ ਨਾਲ ਜੀ ਭੇਦਭਾਵ ਕੀਤਾ ਜਾਏਗਾ। In the absence of the universal adult franchise, security get divided into a hostile classes। ਮਤਲਬ ਕਹਿੰਦੇ ਕਿ ਜੇ ਬਾਲਕ ਮਤ ਅਧਿਕਾਰ ਤੁਹਾਨੂੰ ਨਾ ਦਿੱਤਾ ਜਾਵੇ ਤਾਂ ਤੁਹਾਡੀ ਤਾਂ ਸੁਸਾਇਟੀ ਵੀ ਪਹਿਲਾਂ ਤਾਂ ਦੋ ਭਾਗਾਂ 'ਚ ਵੰਡ ਹੋ ਜੂਗੀ। ਠੀਕ ਹੈ, ਕਹਿੰਦੇ ਇਹਦੇ ਨਾਲ ਕੀ ਹੋਏਗਾ, ਇੱਕ ਤਾਂ ਲੋਕ ਜਿਹੜੇ ਹੋਣਗੇ ਬਹੁਤ ਜ਼ਿਆਦਾ ਉੱਪਰ ਹੋਣਗੇ, ਦੂਜੇ ਲੋਅਰ ਹੋ ਜਾਣਗੇ। ਸੁਸਾਇਟੀ ਕਿੱਦਾਂ ਹੋਗੀ? ਦੋ ਤਰੀਕੇ ਨਾਲ ਡਿਵਾਈਡ ਹੋਗੀ ਨਾ। ਆਰਗੂਮੈਂਟ ਅਗੇਂਸਟ ਯੂਨੀਵਰਸਲ ਅਡਲਟ ਫਰੈਂਚਾਈਜ਼। ਕਹਿੰਦੇ ਕਿ ਆਰਗੂਮੈਂਟ ਦੋ ਯੂਨੀਵਰਸਲ ਅਡਲਟ ਫਰੈਂਚਾਈਜ਼ ਦੇ ਵਿਰੁੱਧ ਕਿ ਨਹੀਂ, ਸਾਰਿਆਂ ਨੂੰ ਨਹੀਂ ਵੋਟਾਂ ਦਾ ਅਧਿਕਾਰ ਹੋਣਾ ਚਾਹੀਦਾ, ਕੁਝ ਕੁ ਲੋਕਾਂ ਨੂੰ ਦੇਣਾ ਚਾਹੀਦਾ। ਆਪਾਂ ਆਰਗੂਮੈਂਟ ਕਰਨਾ। ਪਹਿਲਾ ਹੈਗਾ ਐਵਰੀਬਡੀ ਇਜ਼ ਨਾਟ ਇਕੁਅਲ ਵਾਈਜ਼। ਕਹਿੰਦੇ ਸਾਰੇ ਲੋਕ ਬੁੱਧੀਮਾਨ ਨਹੀਂ ਹੁੰਦੇ। ਦੇਖੋ ਸਾਡੀ ਸੁਸਾਇਟੀ ਵਿੱਚ ਕੋਈ ਲੋਕ ਬਹੁਤ ਇੰਟੈਲੀਜੈਂਟ ਹੁੰਦੇ ਨੇ, ਕੋਈ ਬਿਲਕੁਲ ਹੀ ਨਹੀਂ ਹੁੰਦੇ। ਠੀਕ ਹੈ, ਕੋਈ ਲੋਕ ਬਹੁਤ ਸਿਆਣੇ ਹੁੰਦੇ ਨੇ ਤੇ ਕੋਈ ਬਿਲਕੁਲ ਹੀ ਮੂਰਖ ਹੁੰਦੇ ਨੇ। ਤਾਂ ਫਿਰ ਕਹਿੰਦੇ ਸੁਸਾਇਟੀ ਵਿੱਚ ਜਦ ਹਿਊਮਨ ਬੀਇੰਗ ਇੱਕੋ ਜਿਹਾ ਨਹੀਂ ਆ, ਫਿਰ ਇੱਕੋ ਜਿਹੇ ਰਾਈਟ ਦੇਣ ਦਾ ਉਹਨੂੰ ਕੀ ਮਤਲਬ ਬਣਦਾ ਹੈ? ਸੋ ਕਹਿੰਦੇ ਜੇ ਤੁਸੀਂ, ਲਾਵੇਲੀ ਨੇ ਇਹ ਚੀਜ਼ ਬੋਲੀ ਹੈਗੀ ਆ ਕਿ ਅਗਰ ਤੁਸੀਂ ਸਾਰਿਆਂ ਨੂੰ ਇੱਦਾਂ ਦੇ ਰਾਈਟ ਪ੍ਰੋਵਾਈਡ ਕਰ ਦੋਗੇ ਨਾ ਕਿ ਸਭ ਨੂੰ ਹੀ ਇਕੁਐਲਿਟੀ ਦੇ ਬੇਸਿਸ ਤੇ ਰਾਈਟ ਪ੍ਰੋਵਾਈਡ ਕਰ ਦੋਗੇ, ਤਾਂ ਕਹਿੰਦੇ ਇੱਕ ਦਿਨ ਇੱਦਾਂ ਦਾ ਆ ਜਾਏਗਾ ਤੁਹਾਡੇ ਸਿਸਟਮ ਦੇ ਵਿੱਚ ਅਨਾਰਕੀ ਫੈਲ ਜਾਏਗੀ, ਮਤਲਬ ਅਰਾਜਕਤਾ ਫੈਲ ਜਾਏਗੀ। ਅਨਐਜੂਕੇਟਡ ਸ਼ੁੱਡ ਨਾਟ ਬੀ ਗਿਵਨ ਰਾਈਟ ਟੂ ਵੋਟ। ਕਹਿੰਦੇ ਅਨਪੜ੍ਹਾਂ ਨੂੰ ਤਾਂ ਵੋਟ ਦਾ ਅਧਿਕਾਰ ਦੇਣਾ ਹੀ ਨਹੀਂ ਚਾਹੀਦਾ। ਜੇ.ਐਸ. ਮਿਲ, ਹੈਨਰੀ ਮੇਨ ਕਹਿੰਦੇ ਨੇ ਕਿ ਇਕਨੋਮਿਕ ਤੇ ਸੋਸ਼ਲ ਬੇਸਿਸ ਦੇ ਵਿੱਚ ਸਿਰਫ ਇਕਨੋਮਿਕ ਤੇ ਸੋਸ਼ਲ ਚੀਜ਼ਾਂ ਨੂੰ ਜਸਟ ਉਹੀ ਸਮਝ ਸਕਦੇ ਨੇ ਜੋ ਲੋਕ ਐਜੂਕੇਟਡ ਨੇ। ਸੋ ਕਹਿੰਦੇ ਜਸਟ ਪੜ੍ਹੇ ਲਿਖੇ ਲੋਕਾਂ ਨੂੰ ਹੀ ਰਾਈਟ ਟੂ ਵੋਟ ਦਾ ਅਧਿਕਾਰ ਦੇਣਾ ਚਾਹੀਦਾ ਵਾ, ਅਨਪੜ੍ਹਾਂ ਨੂੰ ਨਹੀਂ ਦੇਣਾ ਚਾਹੀਦਾ। ਵਮਨ ਸ਼ੁੱਡ ਨਾਟ ਬੀ ਗਿਵਨ ਦਾ ਰਾਈਟ ਟੂ ਵੋਟ। ਕਹਿੰਦੇ ਵਮਨਸ ਨੂੰ ਨਹੀਂ ਦੇਣਾ ਚਾਹੀਦਾ, ਉਹ ਕੰਜ਼ਰਵੇਟਿਵ ਹੁੰਦੀਆਂ, ਪੁਰਾਣੇ ਖਿਆਲਾਤ ਦੀਆਂ ਹੁੰਦੀਆਂ, ਮੈਨ ਦੇ ਪਿੱਛੇ ਲੱਗ ਜਾਂਦੀਆਂ, ਸੋ ਵਮਨਸ ਨੂੰ ਨਹੀਂ ਦੇਣੀਆਂ ਚਾਹੀਦੀਆਂ। ਰਾਈਟ ਟੂ ਵੋਟ ਇਜ਼ ਅ ਰਿਸਪੋਂਸਿਬਿਲਿਟੀ। ਕਹਿੰਦੇ ਇੱਕ ਰਿਸਪੋਂਸਿਬਿਲਿਟੀ ਹੈ, ਜ਼ਿੰਮੇਵਾਰੀ ਹੈ, ਜਿਹਨੂੰ ਹਰ ਕੋਈ ਨਹੀਂ ਅਦਾ ਕਰ ਸਕਦਾ। ਸੋ ਜੋ ਪਰਸਨ ਜਿਹੜਾ ਹੈਗਾ ਵਾ ਆਪਣੀ ਫੈਮਿਲੀ ਦੇ ਨਾਲ ਚੀਜ਼ਾਂ, ਆਪਣੀ ਫੈਮਿਲੀ ਨਾਲ ਰਹਿੰਦੇ ਹੋਏ ਆਪਣੀ ਫੈਮਿਲੀ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਸਕਦਾ, ਇਹੋ ਜਿਹੇ ਇਨਸਾਨ ਨੂੰ ਤੁਸੀਂ ਰਾਈਟ ਟੂ ਵੋਟ ਦਾ ਰਾਈਟ ਕਿਉਂ ਦੇਣਾ? ਰਾਈਟ ਟੂ ਵੋਟ ਇਜ਼ ਨਾਟ ਅ ਨੈਚੁਰਲ ਰਾਈਟ। ਕਹਿੰਦੇ ਰਾਈਟ ਟੂ ਵੋਟ ਕੋਈ ਨੈਚੁਰਲ ਰਾਈਟ ਨਹੀਂ ਹੈ ਕਿ ਸਭ ਨੂੰ ਹੀ ਦਿੱਤਾ ਜਾਏਗਾ, ਸਭ ਨੂੰ ਹੀ ਪ੍ਰੋਵਾਈਡ ਕੀਤਾ ਗਿਆ ਵਾ, ਨਹੀਂ। ਕਹਿੰਦੇ ਇਹ ਇੱਕ ਕਿਸਮ ਦਾ ਨਾ ਪਿਓਰੀਫਾਈ ਲਾ ਹੈਗਾ ਵਾ, ਜੋ ਕੁਝ ਤੁਹਾਨੂੰ, ਤੁਸੀਂ ਕੁਝ ਸ਼ਰਤਾਂ ਪੂਰੀਆਂ ਕਰੋ
then ਤੁਹਾਨੂੰ ਪ੍ਰੋਵਾਈਡ ਕੀਤਾ ਜਾਏਗਾ। ਕਹਿੰਦੇ ਇਹ ਜਸਟ ਸਿਰਫ ਐਜੂਕੇਟਡ ਪੀਪਲ, ਏਬਲ ਪੀਪਲ, ਇੰਟੈਲੀਜੈਂਟ ਪੀਪਲਸ ਨੂੰ ਹੀ ਦੇਣਾ ਚਾਹੀਦਾ ਵਾ। ਪ੍ਰਮੋਟ ਕਰਪਸ਼ਨ, ਕਹਿੰਦੇ ਭ੍ਰਿਸ਼ਟਾਚਾਰ ਨੂੰ ਬੜਾਵਾ। ਕਹਿੰਦੇ ਕਿ ਸਟੇਟ ਵਿੱਚ ਰਹਿਣ ਵਾਲੇ ਲੋਕ ਨਾ ਕੁਝ ਬਹੁਤ ਗਰੀਬ ਨੇ, ਜਿਨ੍ਹਾਂ ਨੂੰ ਆਪਣੇ ਡੇ ਬਾਏ ਦੀਆਂ ਜਸਟ ਨੀਡ ਪੂਰੀਆਂ ਹੋ ਜਾਣ, ਇਸ ਤੋਂ ਇਲਾਵਾ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਤੇ ਜਿਹੜੇ ਅਮੀਰ ਲੋਕ ਨੇ ਨਾ, ਬਹੁਤ ਵਾਰ ਉਹਨਾਂ ਦੀਆਂ ਵੋਟਾਂ ਪੈਸੇ ਦੇ ਥਰੂ ਲੈ ਲੈਂਦੇ ਨੇ। ਸੋ ਕਹਿੰਦੇ ਏਦਾਂ ਸਰਕਾਰ ਨਾ ਭ੍ਰਿਸ਼ਟ ਹੁੰਦੀ ਹੈ, ਲੋਕ ਵੀ ਭ੍ਰਿਸ਼ਟ ਹੁੰਦੇ ਨੇ। ਸੋ ਬੈਟਰ ਹੈ ਕਿ ਏਦਾਂ ਦੇ ਲੋਕਾਂ ਨੂੰ ਤੁਸੀਂ ਵੋਟਾਂ ਪਾਉਣ ਦਾ ਰਾਈਟ ਹੀ ਨਾ ਦਿਓ। ਇਟ ਹੈਲਪ ਟੂ ਦ ਐਸਟੈਬਲਿਸ਼ ਦ ਰੂਲ ਆਫ ਦ ਰਿਚ, ਕਹਿੰਦੇ ਧਨੀ ਵਿਅਕਤੀਆਂ ਦਾ ਸ਼ਾਸਨ ਸਥਾਪਿਤ ਕਰਨ ਵਿੱਚ ਮਦਦ ਕਰਦਾ ਹੈ। ਕਹਿੰਦੇ ਮੋਸਟਲੀ ਦੇਖਣ ਦੇ ਵਿੱਚ ਆਉਂਦਾ ਹੈ ਨਾ, ਮੋਸਟਲੀ ਜਿਹੜੇ ਬਹੁਤ ਅਮੀਰ ਪਰਸਨ ਨੇ ਨਾ, ਉਹੀ ਪਾਰਟਿਸਿਪੇਟ ਕਰਦੇ ਆ ਇਲੈਕਸ਼ਨ ਦੇ ਵਿੱਚ, ਅਦਰਵਾਈਜ਼ ਤਾਂ ਕੋਈ ਰੇਅਰ ਹੀ ਕਰਦਾ ਹੈ ਪੋਲੀਟਿਕਸ ਦੇ ਵਿੱਚ ਇਲੈਕਸ਼ਨ ਵਿੱਚ ਪਾਰਟਿਸਿਪੇਟ। ਕਹਿੰਦੇ ਗਰੀਬ ਵਿਅਕਤੀ ਤਾਂ ਬਿਲਕੁਲ ਹੀ ਨਹੀਂ ਕਰਦਾ। ਹਾਂ, ਗਰੀਬ ਵਿਅਕਤੀ ਜਦੋਂ ਵੋਟ ਪਾਉਣ ਦੇ ਲਈ ਜਾਂਦਾ ਤਾਂ ਉਹਦੀ ਵੋਟ ਖਰੀਦ ਜ਼ਰੂਰ ਲਈ ਜਾਂਦੀ ਹੈ, ਜਿਹਦੇ ਕਰਕੇ ਉਹ ਬੜੀ ਈਜ਼ੀਲੀ ਆਪਣੀ ਵੋਟ ਨੂੰ ਸੇਲ ਕਰ ਦਿੰਦਾ ਹੈ ਜਸਟ ਥੋੜੇ ਜਿਹੇ ਪੈਸਿਆਂ ਦੀ ਖਾਤਰ। ਸੋ ਇਸ ਲਈ ਕਹਿੰਦੇ ਰਿਜ਼ਲਟ ਇਹੀ ਨਿਕਲਦਾ ਹੈ ਕਿ ਜਿਸ ਇਨਸਾਨ ਨੂੰ ਵੋਟ ਦੇ ਮਾਇਨੇ ਨਹੀਂ ਪਤਾ, ਉਸਨੂੰ ਰਾਈਟ ਟੂ ਵੋਟ ਨੂੰ ਕਿਉਂ ਯੂਜ਼ ਕਰਨ ਦੇਣਾ। ਹਿੰਡਰੈਂਸਿਸ ਇਨ ਦ ਵੇ ਆਫ ਦ ਪ੍ਰੋਗਰੈਸਿਵ ਲੈਜਿਸਲੇਚਰ, ਕਹਿੰਦੇ ਅਗਾਂਹਵਾਧੂ ਕਾਨੂੰਨ ਦੇ ਰਸਤੇ ਵਿੱਚ ਰੁਕਾਵਟ। ਕਹਿੰਦੇ ਕਿ ਸਟੇਟ ਵਿੱਚ ਰਹਿਣ ਵਾਲੇ ਲੋਕ ਨਾ ਕਾਫੀ ਜ਼ਿਆਦਾ ਕੰਜ਼ਰਵੇਟਿਵ ਹੁੰਦੇ ਆ। ਕੰਜ਼ਰਵੇਟਿਵ ਦਾ ਮਤਲਬ ਨਾ ਰੂੜੀਵਾਦੀ ਹੋਣਾ, ਪੁਰਾਣੇ ਖਿਆਲਾਤ ਦੇ ਹੋਣਾ। ਜਿਹੜੇ ਨਵੇਂ ਤਰ੍ਹਾਂ ਦੇ ਜਦੋਂ ਰੂਲ ਬਣਦੇ ਆ, ਉਹਨਾਂ ਦੇ ਵਿੱਚ ਰੁਕਾਵਟ ਪਾਉਂਦੇ ਆ। ਸੋ ਕੀ ਕਰਦੇ ਹੋ, ਆਪਣੀਆਂ ਪੁਰਾਣੀਆਂ ਚੀਜ਼ਾਂ ਦੇ ਅਕੋਰਡਿੰਗ, ਪੁਰਾਣੇ ਮੈਥਡ ਦੇ ਅਕੋਰਡਿੰਗ ਸੋਚਦੇ ਆ, ਪੁਰਾਣੀਆਂ ਚੀਜ਼ਾਂ ਦੇ ਅਕੋਰਡਿੰਗ ਸਿਸਟਮ ਨੂੰ ਹੈਂਡਲ ਕਰਨਾ ਚਾਹੁੰਦੇ ਆ। ਸੋ ਕਹਿੰਦੇ ਕਿ ਬੈਟਰ ਹੈ ਇਹੋ ਜਿਹੇ ਲੋਕਾਂ ਨੂੰ ਤੁਸੀਂ ਵੋਟ ਪਾਓ, ਜਾਂ ਇਹੋ ਜਿਹੇ ਲੋਕਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਦਿਓ ਜਿਹੜੇ ਲੋਕ ਸਾਡੀ ਜਨਰੇਸ਼ਨ ਨੂੰ ਅੱਗੇ ਲੈ ਕੇ ਜਾਣ, ਨਾ ਕਿ ਉਹਨਾਂ ਦੀ ਸੋਚ ਇੱਕ ਵਾਰ ਫਿਰ ਤੋਂ ਕੰਜ਼ਰਵੇਟਿਵ ਹੋ ਜਾਵੇ। ਰਾਈਟ ਟੂ ਵੋਟ ਸ਼ੁੱਡ ਬੀ ਬੇਸਡ ਔਨ ਦਾ ਪ੍ਰੋਪਰਟੀ, ਕਹਿੰਦੇ ਮਤ ਦਾ ਅਧਿਕਾਰ ਸੰਪੱਤੀ ਦੇ ਆਧਾਰ ਤੇ ਹੋਣਾ ਚਾਹੀਦਾ ਵਾ। ਕਹਿੰਦੇ ਸੰਪੱਤੀ ਮਾਲਕ ਟੈਕਸ ਦਿੰਦੇ ਹਨ, ਮਤਲਬ ਜਿਨ੍ਹਾਂ ਦੇ ਕੋਲ ਪ੍ਰਾਪਰਟੀ ਹੈ ਉਹ ਟੈਕਸ ਦਿੰਦੇ ਨੇ, ਸਟੇਟ ਉਹਨਾਂ ਦੇ ਟੈਕਸ ਇਕੱਠਾ ਕਰਦੀ ਹੈ। ਸੋ ਕਹਿੰਦੇ ਫਿਰ ਅਮੀਰ ਲੋਕਾਂ ਦਾ ਜ਼ਿਆਦਾ ਹੱਥ ਹੋਣਾ ਚਾਹੀਦਾ ਹੈ ਪੋਲੀਟਿਕਸ ਨੂੰ ਬਣਾਉਣ ਦੇ ਵਿੱਚ, ਅਮੀਰ ਲੋਕਾਂ ਨੂੰ ਹੀ ਵੋਟ ਪਾਉਣ ਦਾ ਰਾਈਟ ਦੇਣਾ ਚਾਹੀਦਾ ਵਾ। ਤੇ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿਤੇ ਉਹ ਆਪਣੇ ਜਿਹੜਾ ਉਹਨਾਂ ਕੋਲ ਇੰਨਾ ਪੈਸਾ ਵਾ, ਕਿਤੇ ਉਹਦਾ ਮਿਸਯੂਜ਼ ਤਾਂ ਨਹੀਂ ਕਰ ਰਹੇ। ਇਹਦਾ ਮਤਲਬ ਹੈ ਉਹਨਾਂ ਦੇ ਕਹਿਣ ਦੇ ਸਿੰਪਲ ਜਿਹੇ ਵੇ ਹੈ ਕਿ ਜਿਨ੍ਹਾਂ ਕੋਲ ਪ੍ਰਾਪਰਟੀ ਹੈ ਨਾ, ਜਸਟ ਰਾਈਟ ਟੂ ਵੋਟ ਦਾ ਰਾਈਟ ਉਸ ਪਰਸਨ ਨੂੰ ਦਿਓ, ਅਦਰਵਾਈਜ਼ ਹੋਰ ਕਿਸੇ ਨੂੰ ਨਹੀਂ। ਯੂਨੀਵਰਸਲ ਅਡਲਟ ਫਰੈਂਚਾਈਜ਼ ਇਜ਼ ਐਕਸਪੈਂਸਿਵ, ਕਹਿੰਦੇ ਸਰਵਜਨਿਕ ਬਾਲਕ ਮਤ ਅਧਿਕਾਰ ਬਹੁਤ ਖਰਚੀਲਾ ਵਾ। ਠੀਕ ਹੈ, ਕਹਿੰਦੇ ਤੁਸੀਂ ਦੇਖੋ ਕਿ ਲੱਖਾਂ ਸਰਕਾਰੀ ਲੋਕਾਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਨੇ, ਬਹੁਤ ਸਾਰੇ ਪੱਧਰ ਤੇ ਸਿਕਿਉਰਿਟੀ ਰੱਖੀ ਜਾਂਦੀ ਇਲੈਕਸ਼ਨ ਦੇ ਟਾਈਮ ਪੀਰੀਅਡ ਦੇ ਵਿੱਚ, ਪਤਾ ਨਹੀਂ ਕਿੰਨੇ ਪੇਪਰ ਛਾਪੇ ਜਾਂਦੇ ਆ, ਕਿਉਂਕਿ ਪੇਪਰਸ ਤੇ ਆਉਂਦਾ ਹੁੰਦਾ ਨਾ ਕਿ ਤੁਸੀਂ ਵੋਟ ਦੇ ਸਕਦੇ ਹੋ, ਤਾਂ ਕਿੰਨੇ ਪੇਪਰ ਛਾਪੇ ਜਾਂਦੇ ਆ, ਬਹੁਤ ਜ਼ਿਆਦਾ ਕਹਿੰਦੇ ਪੈਸਾ ਖਰਚ ਹੋ ਜਾਂਦਾ ਵਾ, ਜਿਹਦੇ ਕਰਕੇ ਆਏ ਦਿਨ ਇਲੈਕਸ਼ਨਸ ਆਉਂਦੀਆਂ ਰਹਿੰਦੀਆਂ ਨੇ, ਆਏ ਦਿਨ ਸਾਡੀ ਕੰਡੀਸ਼ਨ ਹੋਰ ਖਰਾਬ ਹੁੰਦੀ ਰਹਿੰਦੀ ਹੈ। ਸੋ ਬਹੁਤ ਐਕਸਪੈਂਸਿਵ ਮੈਥਡ ਹੈ। ਐਵਰੀ ਇੰਡੀਵਿਜੂਅਲ ਕੈਨੋਟ ਅੰਡਰਸਟੈਂਡ ਪ੍ਰੈਜ਼ੈਂਟ ਡੇ ਪ੍ਰੋਬਲਮ, ਕਹਿੰਦੇ ਹਰ ਵਿਅਕਤੀ ਵਰਤਮਾਨ ਸਮੇਂ ਦੀਆਂ ਸਮੱਸਿਆਵਾਂ ਨੂੰ ਠੀਕ ਨਹੀਂ ਸਮਝ ਪਾਉਂਦਾ, ਕਿਉਂਕਿ ਅੱਜ ਦਾ ਟਾਈਮ ਪੀਰੀਅਡ ਹੈ ਨਾ ਜੋ ਬਹੁਤ ਜਟਿਲ ਹੈ, ਬਹੁਤ ਗੁੰਝਲਦਾਰ ਹੈ। ਤੁਸੀਂ ਦੇਖੋ ਬਹੁਤ ਸਾਰੇ ਲੋਕ ਨਾ, ਜਦੋਂ ਫਾਰਮਰ ਦਾ ਸਟ੍ਰਾਈਕ ਹੋਈ ਸੀ ਨਾ, ਬਹੁਤ ਸਾਰੇ ਲੋਕ ਨਾ ਧਰਨੇ ਲਗਾਉਣ ਚਲੇ ਗਏ। ਕੁਛ ਦੇ ਕੋਲੋਂ ਪੁੱਛਿਆ ਵੀ ਗਿਆ ਧਰਨਾ ਕਿਸ ਬੇਸ ਤੇ ਆ, ਮਤਲਬ ਉਹਨਾਂ ਨੂੰ ਫੁੱਲੀ ਕਿਸੇ ਚੀਜ਼ ਦੇ ਬਾਰੇ ਚ ਨੌਲੇਜ ਨਹੀਂ ਹੈ, ਪਰ ਹਾਂ ਸਾਰੇ ਹੁਮਾ ਕੇ ਉੱਥੇ ਪਹੁੰਚ ਰਹੇ ਆ। ਇਹਦਾ ਮਤਲਬ ਕੀ ਹੈ ਕਿ ਹਰ ਕੋਈ ਇਨਸਾਨ ਆ ਜਿਹੜੀਆਂ ਪ੍ਰੈਜ਼ੈਂਟ ਟਾਈਮ ਪੀਰੀਅਡ ਦੀਆਂ ਪ੍ਰੋਬਲਮਸ ਨੇ ਇਹਨਾਂ ਨੂੰ ਸਮਝ ਨਹੀਂ ਪਾਉਂਦਾ, ਤੇ ਚਲਾਕ ਤੇ ਸਿਆਸਤਦਾਨ ਜਿਹੜੇ ਲੋਕ ਨੇ ਉਹ ਇਹਨਾਂ ਨੂੰ ਕੀ ਕਰਦੇ ਨੇ, ਆਪਣੀਆਂ ਚੀਜ਼ਾਂ ਦੇ ਵਿੱਚ ਫਸਾ ਲੈਂਦੇ ਨੇ ਕਿ ਨਹੀਂ ਅਸੀਂ ਇਹ ਡੀਲ ਤਾਂ ਕੀਤੀ ਹੈ ਜਾਂ ਪ੍ਰੋਗਰਾਮ ਤਾਂ ਚਲਾਇਆ। ਨੋਰਮਲ ਲੋਕਾਂ ਨੂੰ ਜਿੰਨੀ ਕੁ ਨੌਲੇਜ ਹੈ ਉਸ ਦੇ ਅਕੋਰਡਿੰਗ ਉਹ ਸੈਟਿਸਫਾਈਡ ਹੋ ਜਾਂਦੇ ਨੇ। ਠੀਕ, ਕਹਿੰਦੇ ਇਟ ਇਜ਼ ਨੋਟ ਸ਼ੁੱਡ ਬੇਸਡ ਆਫ ਦਾ ਐਨਫੋਰਸਮੈਂਟ, ਮਤਲਬ ਮਤ ਅਧਿਕਾਰ ਲਈ ਕੇਵਲ ਉਮਰ ਕੋਈ ਠੋਸ ਆਧਾਰ ਨਹੀਂ ਰੱਖਦੀ। ਮਤਲਬ
ਕਹਿੰਦੇ ਕਿ ਘੱਟੋ ਘੱਟ 18 ਸਾਲ ਉਮਰ ਨਿਸ਼ਚਿਤ ਕੀਤੀ ਗਈ ਹੈ, ਕਿਸੇ ਦੇਸ਼ ਦੇ ਵਿੱਚ 21 ਤੇ ਕਿਸੇ ਦੇਸ਼ ਦੇ ਵਿੱਚ 25 ਹੈ, ਪਰੰਤੂ ਇਹ ਕਹਿਣਾ ਠੀਕ ਨਹੀਂ ਹੋਏਗਾ ਕਿ ਕਿਸ ਉਮਰ ਤੱਕ ਪਹੁੰਚਣ ਤੇ ਬੰਦਾ ਜਿਹੜਾ ਹੈਗਾ ਉਹ ਸਿਆਣਾ ਹੁੰਦਾ ਵਾ। ਜਿੱਦਾਂ ਇਹਨਾਂ ਨੇ ਬੋਲਿਆ ਹੈ ਨਾ ਕਿ 18 ਸਾਲ ਦਾ ਜਿਹੜਾ ਪਰਸਨ ਹੋ ਜਾਂਦਾ ਵਾ ਉਸਨੂੰ ਵੋਟ ਦਾ ਅਧਿਕਾਰ ਦਿਓ ਬਿਕੋਜ਼ ਉਹ ਸਮਝਦਾਰ ਹੋ ਜਾਂਦਾ। ਮੇਰੇ ਹਿਸਾਬ ਦੇ ਨਾਲ ਨਾ 18 ਸਾਲ ਤੋਂ ਬਾਅਦ ਤਾਂ ਇਨਸਾਨ ਡਫਰ ਹੋ ਜਾਂਦਾ ਹੈ, ਕਿਉਂਕਿ ਉਸਨੂੰ ਤਾਂ ਇਹ ਲੱਗਦਾ ਕਿ ਉਹ ਪਤਾ ਨਹੀਂ ਕਿੰਨਾ ਕੁ ਵੱਡਾ ਹੋ ਗਿਆ ਹੈ, ਉਸਦੇ ਵਿੱਚ ਕਿੰਨੀ ਕੁ ਸਮਝ ਆ ਗਈ ਹੈ। ਛੋਟੇ ਛੋਟੇ ਬੱਚੇ ਤੁਸੀਂ ਦੇਖੋ ਰਿਵਾਲਵਰ ਲੈ ਕੇ ਮਤਲਬ ਡੀਪੀਜ਼ ਲਗਾਉਂਦੇ ਆ, ਚਲੋ ਵਟਐਵਰ ਇਹ ਉਹਨਾਂ ਦੇ ਪਰਸਨਲ ਮਾਮਲਾ ਹੈ, ਬਟ ਜੋ ਚੀਜ਼ ਉਹ ਹੈ ਹੀ ਨਹੀਂ ਉਹ ਕਰਨ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਦੇ ਕੋਲ ਕੋਈ ਪਾਵਰ ਨਹੀਂ ਹੈ, ਮਤਲਬ ਕੋਈ ਉਹਨਾਂ ਦੀ ਰਿਸਪੈਕਟ ਨਹੀਂ ਹੈ, ਫਿਰ ਵੀ ਮਤਲਬ ਫੀਲਿੰਗ ਲੈਂਦੇ ਆ ਮਤਲਬ ਸ਼ਾਹਜਹਾਂ ਵਰਗੀਆਂ। ਉਹ ਸੇਮ ਇਹਨਾਂ ਨੇ ਇਹੀ ਚੀਜ਼ ਕਹੀ ਹੈ ਕਿ ਉਮਰ ਦੇ ਵੱਧ ਜਾਣ ਦੇ ਨਾਲ ਅਕਲ ਵੱਧ ਗਈ ਹੈ। ਇਹ ਕਿੰਨੇ ਕਿਹਾ ਹੈ ਨਾ? ਸੋ ਇੱਕ ਰਾਈਟਰ ਸੀ ਜਿਹਨੇ ਬਹੁਤ ਸੋਹਣਾ ਕਿਹਾ ਸੀਗਾ ਕਿ ਮੈਂ ਕੁਝ ਬੋਲਾਂ ਤੇ ਲੋਕੀ ਨਹੀਂ ਮੰਨਦੇ ਤੇ ਲੋਕੀ ਕਈਆਂ ਗਈਆਂ ਗੱਲਾਂ ਤੇ ਮੰਨਦੇ ਨੇ, ਪਰ ਇਹ ਕਿੱਥੇ ਲਿਖਿਆ ਹੈ ਨਾ? ਤਾਂ ਸੇਮ ਇਹ ਚੀਜ਼ ਹੈ ਕਿ 18 ਸਾਲ ਤੋਂ ਬਾਅਦ ਤੁਹਾਨੂੰ ਅਕਲ ਆਣੀ ਸਟਾਰਟ ਹੋ ਜਾਂਦੀ ਹੈ। ਇਹ ਕਿਹੜੀ ਡਿਕਸ਼ਨਰੀ 'ਚ ਲਿਖਿਆ? ਤੇ ਕੋਈ ਕਹਿੰਦਾ 21 ਸਾਲ ਦੀ ਵੋਟ ਦਿਓ ਤਾਂ ਅਕਲ ਆਂਦੀ, ਕੋਈ ਕਹਿੰਦਾ 25 ਸਾਲ ਦੇ ਵੋਟ ਦਿਓ ਤਾਂ ਅਕਲ ਆਂਦੀ। ਇਹ ਲਿਖਿਆ ਕਿੱਥੇ ਹੈ? ਪਰ ਲਿਖੀਆਂ ਨੂੰ ਮੰਨਦੇ ਨੇ, ਪਰ ਇਹ ਕਿੱਥੇ ਲਿਖਿਆ ਹੈ ਨਾ? ਰਾਈਟਰ ਨੇ ਬਹੁਤ ਅੱਛੀ ਗੱਲ ਕਹੀ ਸੀ ਕਿ ਲੋਕ ਲਿਖੀਆਂ ਚੀਜ਼ਾਂ ਨੂੰ ਮੰਨਦੇ ਨੇ। ਚਲੋ ਮੈਂ ਲਿਖ ਦਿੰਨਾ, ਲੋਕੀ ਫਿਰ ਵੀ ਨਹੀਂ ਮੰਨਦੇ, ਫਿਰ ਇਹ ਕਿੱਥੇ ਲਿਖਿਆ ਹੈ? ਤਾਂ ਹੁਣ ਇੱਥੇ 25, 21, 18 ਸਾਲ ਦੇ ਬੰਦਿਆਂ ਨੂੰ ਵੋਟਾਂ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ, ਲੇਕਿਨ ਰਾਈਟਰ ਨੇ ਲਿਖਿਆ ਹੈ ਕਿਹੜੀ ਉਮਰ ਤੋਂ ਬਾਅਦ ਇਨਸਾਨ ਸਿਆਣਾ ਹੁੰਦਾ ਵਾ, ਇਹਦੇ ਬਾਰੇ ਵਿੱਚ ਕੁਝ ਨਹੀਂ ਪਤਾ ਹਜੇ। ਰਾਈਟ ਟੂ ਵੋਟ ਇਜ਼ ਨੋਟ ਦਾ ਗਰੰਟੀ ਆਫ ਦਾ ਪ੍ਰੋਟੈਕਸ਼ਨ ਆਫ ਅਦਰ ਰਾਈਟ। ਮਤਲਬ ਮਤ ਅਧਿਕਾਰ ਬਾਕੀ ਅਧਿਕਾਰਾਂ ਦੀ ਸੁਰੱਖਿਆ ਦੀ ਗਰੰਟੀ ਨਹੀਂ। ਕਹਿੰਦੇ ਮਤ ਦਾ ਅਧਿਕਾਰ ਦਿੱਤਾ ਜਾਂਦਾ ਹੈ, ਮਤਲਬ ਵੋਟ ਦਾ ਅਧਿਕਾਰ ਦਿੱਤਾ ਜਾਂਦਾ ਹੈ। ਤੁਹਾਡੇ ਕੋਲ ਕਹਿੰਦੇ ਕੀ ਪ੍ਰੂਫ ਆ ਕਿ ਜੇ ਤੁਹਾਨੂੰ ਵੋਟ ਦਾ ਅਧਿਕਾਰ ਦੇ ਦਿੱਤਾ ਤੇ ਤੁਹਾਡੇ ਸਾਰੇ ਰਾਈਟ ਮਗਰੋਂ ਸੁਰੱਖਿਅਤ ਹੋ ਜਾਣਗੇ? ਪੋਸੀਬਲ ਹੀ ਨਹੀਂ। ਕਹਿੰਦੇ ਬਾਕੀ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਤੁਹਾਨੂੰ ਫਰੀडम ਚਾਹੀਦੀ ਹੈ, ਤੁਹਾਡੇ ਵਿੱਚ ਕੌਨਸ਼ੀਅਸਨੈਸ ਚਾਹੀਦੀ ਹੈ, ਤੁਹਾਡੇ ਵਿੱਚ ਜਾਗਰੂਕਤਾ ਚਾਹੀਦੀ ਹੈ, ਤੁਹਾਡੇ ਵਿੱਚ ਜਿਹੜਾ ਹੈਗਾ ਪ੍ਰੈਸ ਵਗੈਰਾ ਉਹ ਪੂਰੀ ਤਰ੍ਹਾਂ ਫਰੀडम ਦੇ ਵਿੱਚ ਚਾਹੀਦੀ ਹੈ। ਸੋ ਸਿਰਫ ਇੱਕ ਚੀਜ਼ ਮਿਲ ਜਾਣ ਦੇ ਨਾਲ ਤੁਸੀਂ ਕਹੋ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਪ੍ਰੋਵਾਈਡ ਹੋ ਗਈਆਂ, ਇਹ ਨਹੀਂ ਹੋ ਸਕਦਾ। ਠੀਕ ਹੈ। ਉਸ ਤੋਂ ਬਾਅਦ ਹੈਗਾ ਵਾ ਕਹਿੰਦੇ ਕੁਝ ਐਕਸਪੈਂਸ਼ਨ ਆਫ ਦਾ ਰਾਈਟ ਟੂ ਵੋਟ। ਮਤ ਅਧਿਕਾਰ ਦੇ ਅਪਵਾਦ, ਮਤਲਬ ਕਿ ਕਹਿੰਦੇ ਮਤ ਦਾ ਜਿਹੜਾ ਅਧਿਕਾਰ ਹੈ ਉਹਦੇ ਬਾਰੇ ਵਿੱਚ ਕੁਝ ਅਪਵਾਦ ਨੇ, ਮਤਲਬ ਕਿ ਕਿਹਨਾਂ ਨੂੰ ਨਹੀਂ ਦੇਣਾ ਚਾਹੀਦਾ ਵੋਟ ਦਾ ਅਧਿਕਾਰ। ਪਹਿਲਾ ਹੈਗਾ ਮਿਨੋਰਸ, ਨਾਬਾਲਗ। ਕਹਿੰਦੇ ਕਿ ਬਹੁਤ ਸਾਰੇ ਮਤਲਬ ਵਿਸ਼ਵ ਦੇ ਵਿੱਚ ਕਹਿੰਦੇ ਕਿ ਨਾਬਾਲਗ ਜਿਹੜੇ ਹੁੰਦੇ ਨੇ, ਮਿਨੋਰਸ ਜਿਹੜੇ ਹੁੰਦੇ ਨੇ, ਉਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਦੇਣਾ ਚਾਹੀਦਾ। ਕਹਿੰਦੇ ਹਾਂ ਜਿਹੜਾ 18 ਸਾਲ ਦਾ ਹੋ ਗਿਆ, ਜਿਹੜਾ 21 ਸਾਲ ਦਾ ਹੋ ਗਿਆ, ਜਿਹੜਾ 25 ਸਾਲ ਦਾ ਹੋ ਗਿਆ, ਆਪਣੇ ਆਪਣੇ ਦੇਸ਼ਾਂ ਦੇ ਅਕੋਰਡਿੰਗ ਉਹ ਲੋਕ ਵੋਟਾਂ ਦੇ ਦੇਣ। ਅਦਰਵਾਈਜ਼ ਜਿਹੜੇ ਲੋਕ ਬਹੁਤ ਛੋਟੇ ਨੇ ਇਸ ਤੋਂ ਵੀ ਉਸਨੂੰ ਰਾਈਟ ਟੂ ਵੋਟ ਦਾ ਰਾਈਟ ਪ੍ਰੋਵਾਈਡ ਨਹੀਂ ਹੋਣਾ ਚਾਹੀਦਾ। ਇਨਸੈਂਸ ਪਰਸਨ, ਪਾਗਲ ਇਨਸਾਨ ਨੂੰ ਕਹਿੰਦੇ ਵੋਟ ਦਾ ਅਧਿਕਾਰ ਨਹੀਂ ਦੇਣਾ ਚਾਹੀਦਾ। ਉਹ ਇਨਸਾਨ ਜਿਹੜਾ ਆਲਰੇਡੀ ਆਪਣਾ ਮਾਨਸਿਕ ਸੰਤੁਲਨ ਖੋ ਬੈਠਾ ਹੈ, ਉਹਨੂੰ ਵੋਟ ਦਾ ਅਧਿਕਾਰ ਨਹੀਂ ਦੇਣਾ ਚਾਹੀਦਾ। ਕਹਿੰਦੇ ਕਿ ਕ੍ਰਿਮੀਨਲ, ਅਪਰਾਧੀ ਨੂੰ ਵੀ ਵੋਟ ਦਾ ਅਧਿਕਾਰ ਨਹੀਂ ਦੇਣਾ ਚਾਹੀਦਾ। ਉਹ ਪਰਸਨ ਜਿਹਨੂੰ ਆਲਰੇਡੀ ਇੱਕ ਵਾਰੀ ਕਿਸੇ ਕੇਸ ਦੇ ਕਰਕੇ ਸਜ਼ਾ ਮਿਲ ਚੁੱਕੀ ਹੈ, ਜੋ ਅਪਰਾਧੀ ਪਰਸਨ ਹੈ, ਉਸਨੂੰ ਪੋਲੀਟੀਕਲ ਦੀ ਕਿਸੇ ਵੀ ਐਕਟੀਵਿਟੀ ਵਿੱਚ ਪਾਰਟਿਸਿਪੇਟ ਕਰਨ ਦਾ ਜੋ ਰਾਈਟ ਹੈ ਉਹ ਨਹੀਂ ਪ੍ਰੋਵਾਈਡ ਹੋਣਾ ਚਾਹੀਦਾ। ਏਲੀਅਨ ਸਮਝਦੇ ਹੋ ਨਾ, ਵਿਦੇਸ਼ੀ। ਤਾਂ ਏਲੀਅਨਸ ਨੂੰ ਵੀ ਕਹਿੰਦੇ ਰਾਈਟ ਟੂ ਵੋਟ ਦਾ ਰਾਈਟ ਨਹੀਂ ਮਿਲਣਾ ਚਾਹੀਦਾ। ਠੀਕ ਹੈ। ਰਿਲੀਜੀਅਸ ਲੀਡਰ, ਧਾਰਮਿਕ ਆਗੂ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਨਾ ਧਾਰਮਿਕ ਆਗੂ ਹੁੰਦੇ ਨੇ, ਮਤਲਬ ਧਰਮ ਦੇ ਬੇਸ ਤੇ ਆਪਣੇ ਧਰਮ ਦਾ ਪ੍ਰਚਾਰ ਕਰਨ ਦੇ ਲਈ ਪਰਸਨ ਬਣਾਏ ਜਾਂਦੇ ਨੇ। ਕਹਿੰਦੇ ਉਹਨਾਂ ਨੂੰ ਵੀ ਰਾਈਟ ਟੂ ਵੋਟ ਦਾ ਰਾਈਟ ਨਹੀਂ ਦੇਣਾ ਚਾਹੀਦਾ। ਬੈਂਕਰਪਟ ਪਰਸਨ, ਜਿਹੜੇ ਪਰਸਨ ਦਾ ਆਲਰੇਡੀ ਦਿਵਾਲੀਆ ਨਿਕਲ ਚੁੱਕਾ ਹੈ, ਬੈਂਕਰਪਟ ਜੋ ਪਰਸਨ ਹੈ, ਉਸਨੂੰ ਵੀ ਰਾਈਟ ਟੂ ਵੋਟ ਦਾ ਰਾਈਟ ਨਹੀਂ ਦੇਣਾ ਚਾਹੀਦਾ। ਇਸ ਦੇ ਨਾਲ ਹੀ ਚੈਪਟਰ ਦਾ ਇਹ ਪੋਰਸ਼ਨ ਆਪਾਂ ਇੱਥੇ ਕਲੋਜ਼ ਕਰਦੇ ਹਾਂ। ਠੀਕ ਹੈ।